ਹਰਪ੍ਰੀਤ ਸਿੰਘ ਜਵੰਦਾ ਦੀ ਪਹਿਲੀ ਕਹਾਣੀ। ਨਿਯੁਕਤੀ ਮਗਰੋਂ 6ਵੀਂ ਜਮਾਤ ਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਉਸ ਸਰਕਾਰੀ ਸਕੂਲ 'ਚ ਜ਼ਿਆਦਾਤਰ ਗਰੀਬ ਤਬਕੇ ਦੇ ਬੱਚੇ ਪੜ੍ਹਿਆ ਕਰਦੇ ਸਨ। ਦਰਮਿਆਨੇ ਕੱਦ ਦਾ ਪਤਲਾ ਜਿਹਾ ਮੁੰਡਾ ਹਮੇਸ਼ਾ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ। ਅੱਧੀ ਛੁੱਟੀ ਵੇਲੇ ਵੀ ਅਕਸਰ ਇਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ। ਇੱਕ ਦਿਨ ਕੰਮ ਨਾ ਕਰਕੇ ਆਉਣ ਤੇ ਰੋਹ ਚਾਏ ਨੇ ਚੰਡ ਕੱਢ ਮਾਰੀ। ਉਹ ਰੋਇਆ ਨਹੀਂ। ਉਨੀ ਦਿਨੀ ਭਾਰੇ ਹੱਥ ਦੀ ਮੇਰੀ ਚਪੇੜ ਬੜੀ ਮਸ਼ਹੂਰ ਹੋਇਆ ਕਰਦੀ ਸੀ। ਕਈਆਂ ਦਾ ਪਜਾਮਾ ਗਿੱਲਾ ਹੋ ਜਾਂਦਾ ਤੇ ਕਈ ਸ਼ਾਂ ਕਰਦੀ ਗੱਲ ਤੇ ਹੱਥ ਰੱਖ ਰੋ ਪਿਆ ਕਰਦੇ। ਹੈਰਾਨ ਸਾਂ, ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ ਉਹ। ਗੁੱਸੇ 'ਚ ਆਖਿਆ ਉਹੀ ਕਾਪੀ ਲੈ ਕੇ ਆਵੇ ਜਿਸ ਤੇ ਹਮੇਸ਼ਾ ਹੀ ਕੁਝ ਲਿਖਦਾ ਰਹਿੰਦਾ ਸੀ। ਹੋਰ ਲਿਆਈ ਜਾਵੇ, ਉਹ ਨਾ ਲਿਆਵੇ। ਅਖੀਰ ਮੈਂ ਉੱਠ ਉਹਦੇ ਬੈਂਚ ਤੇ ਗਿਆ, ਖੁਦ ਬਸਤਾ ਫਰੋਲਣ ਲੱਗ ਪਿਆ। ਅੰਦਰੋਂ ਕੁਝ ਸੁੱਕੀਆਂ ਰੋਟੀਆਂ ਤੇ ਅਚਾਰ ਦੀਆਂ ਫਾੜੀਆਂ ਤੋਂ ਇਲਾਵਾ ਇੱਕ ਫੋਟੋ ਵੀ ਲੱਭੀ। ਪੁੱਛਿਆ ਤੇ ਆਖਣ ਲੱਗਾ ਮੰਮੀ ਦੀ ਏ। ਇੰਨੇ ਨੂੰ ਜਿਹੜੀ ਕਾਪੀ ਦੀ ਮੈਨੂੰ ਤਲਾਸ਼ ਸੀ ਉਹ ਵੀ ਲੱਭ ਪਈ। ਅੰਦਰ ਨਿੱਕੇ ਨਿੱਕੇ ਪੈਰਿਆਂ ਵਿੱਚ ਕਿੰਨਾ ਕੁਝ ਲਿਖਿਆ ਸੀ। ਮੰਮੀ, ਤੂੰ ਕਿੱਥੇ ਚਲੀ ਗਈ? ਤੇਰਾ ਬੜਾ ਚੇਤਾ ਆਉਂਦਾ ਹੈ। ਡੈਡੀ ਹੁਣ ਉਹ ਨਹੀਂ ਰਹੇ ਜੋ ਤੇਰੇ ਹੁੰਦਿਆਂ ਹੋਇਆ ਕਰਦਾ ਸੀ। ਕਈ ਵਾਰ ਕੁੱਟ ਵੀ ਲੈਂਦਾ ਹੈ। ਜਦੋਂ ਦੀ ਨਵੀਂ ਔਰਤ ਲਿਆਂਦੀ ਉਹਦੇ ਵਿੱਚ ਹੀ ਗਵਾਚਾ ਰਹਿੰਦਾ ਹੈ। ਸਾਨੂੰ ਦਾਦੀ ਕੋਲ ਛੱਡ ਦੋਵੇਂ ਕਿੰਨੇ ਦਿਨ ਪਤਾ ਨਹੀਂ ਕਿੱਥੇ ਗਾਇਬ ਰਹਿੰਦੀ ਹੈ। ਦਾਦੀ ਨੂੰ ਹੁਣ ਅੱਖਾਂ ਤੋਂ ਵੀ ਨਹੀਂ ਦਿਸਦਾ। ਕਈ ਵਾਰ ਜੀ ਕਰਦਾ ਹੈ ਮੈਂ ਵੀ ਤੇਰੇ ਕੋਲ ਆ ਜਾਵਾਂ, ਪਰ ਨਿੱਕੀ ਭੈਣ ਵੱਲ ਵੇਖ ਆਇਆ ਨਹੀਂ ਜਾਂਦਾ। ਉਹ ਹੁਣ ਮੇਰੇ ਨਾਲ ਹੀ ਸੌਂਦੀ ਏ, ਰੋਟੀਆਂ ਵੀ ਲਾ ਲੈਂਦੀ ਏ। ਪਰ ਉਸ ਦਿਨ ਜਦੋਂ ਉਹਦਾ ਹੱਥ ਸੜ ਗਿਆ ਤਾਂ ਤੈਨੂੰ ਚੇਤੇ ਕਰਕੇ ਬਹੁਤ ਰੋਈ। ਇੰਨਾ ਕੁਝ ਪੜ੍ਹ ਮੈਨੂੰ ਇੰਜ ਲੱਗਿਆ ਜਿਵੇਂ ਮੈਥੋਂ ਚਪੇੜ ਨਹੀਂ ਸਗੋਂ ਦਿਨ ਦਿਹਾੜੇ ਕਿਸੇ ਬੇਕਸੂਰ ਦਾ ਕਤਲ ਹੋ ਗਿਆ ਹੋਵੇ। ਹੈਰਾਨ ਪਰੇਸ਼ਾਨ ਵੀ ਸਾਂ। 6ਵੀਂ ਜਮਾਤ 'ਚ ਪੜ੍ਹਦਾ ਕੋਈ ਇੰਜ ਦਾ ਕਿਵੇਂ ਲਿਖ ਸਕਦਾ ਹੈ? ਸ਼ਾਇਦ ਦੁੱਖ ਤੇ ਵਿਛੋੜਾ ਇਨਸਾਨ ਨੂੰ ਸੋਚ ਪੱਖੋਂ ਸਿਆਣਾ ਕਰ ਜਾਂਦੇ ਨੇ। ਸ਼ਾਮੀ ਸਟਾਫ ਮੀਟਿੰਗ 'ਚ ਸਾਰਿਆਂ ਸਾਹਮਣੇ ਖਲੋਤਾ ਉਹ ਲਿਖਤਾਂ ਪੜ੍ਹਦਾ ਮੈਂ ਦੂਜੀ ਵਾਰ ਫਿਰ ਰੋ ਪਿਆ। ਫਿਰ ਕੈਨੇਡਾ ਆਉਣ ਤੋਂ ਪਹਿਲਾਂ ਮਿਲੇ ਪ੍ਰੋਵੀਡੈਂਟ ਫੰਡ ਦੇ ਪੈਸਿਆਂ ਨਾਲ ਉਹਨਾਂ ਜੋਗੇ 2 ਪੱਕੇ ਕੋਠੇ ਜ਼ਰੂਰ ਪਾ ਕੇ ਦੇ ਆਇਆ। ਭਾਵੇਂ ਬਾਹਰ ਆਏ ਨੂੰ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅਜੇ ਵੀ ਕਈ ਵਾਰ ਰਾਤੀ ਸੁੱਤਾ ਪਿਆ ਬੜਵਾਏ ਉੱਠ ਪੈਣਾ। ਇੰਜ ਲੱਗਦਾ ਕੋਈ ਹਲੂਣਾ ਦੇ ਕੇ ਆਖ ਰਿਹਾ ਹੋਵੇ, ਆ ਲਓ ਇੱਕ ਹੋਰ ਚਿੱਠੀ, ਅਜੇ ਕੱਲ੍ਹ ਹੀ ਬਸਤੇ ਵਿਚਲੀ ਉਸ ਫੋਟੋ ਵਾਲੀ ਨੂੰ ਲਿਖੀ ਏ। ਟਰੂ ਸਟੋਰੀ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਨਿੱਕੇ ਜਿਹੇ ਕਸਬੇ ਦਾ ਇੱਕ ਨਿੱਕਾ ਜਿਹਾ ਹੋਟਲ। ਮੰਗਣੀ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ 'ਚ ਛੱਡ ਦਿੱਤਾ ਗਿਆ। ਕੁਝ ਪਲਾਂ ਦੀ ਖਾਮੋਸ਼ੀ ਮਗਰੋਂ ਉਹਨੇ ਪਾਣੀ ਦਾ ਘੁੱਟ ਪੀਤਾ ਤੇ ਸ਼ੁਰੂਆਤ ਕਰ ਦਿੱਤੀ। ਆਖਣ ਲੱਗਾ, ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ। ਮਾਂ ਨੂੰ ਸੰਸਕਾਰੀ ਨੂੰਹ ਚਾਹੀਦੀ ਏ, ਪੜ੍ਹੀ ਲਿਖੀ ਹੋਵੇ, ਸਭ ਦਾ ਖਿਆਲ ਰੱਖਣਾ ਵੀ ਜਾਣਦੀ ਹੋਵੇ। ਸਹੁਰੇ ਘਰ ਨੂੰ ਆਪਣਾ ਘਰ ਸਮਝੇ, ਗੱਲ ਤੇ ਪੇਕਿਆਂ ਵੱਲ ਨੂੰ ਮੂੰਹ ਨਾ ਕਰੀ ਜਾਏ। ਘਰ ਵਾਲੇ ਨਾਲ ਕਦਮ ਮਿਲਾ ਕੇ ਚੱਲੇ, ਉਹਦੀ ਅੱਖ ਦਾ ਇਸ਼ਾਰਾ ਸਮਝੇ, ਹਮੇਸ਼ਾ ਹਾਂ ਮਿਲਾਵੇ ਤੇ ਫਜ਼ੂਲ ਦੀ ਬਹਿਸਬਾਜ਼ੀ ਵਿੱਚ ਹੀ ਨਾ ਉਲਝੀ ਰਹੇ। ਬੇਸ਼ੱਕ ਪਰਿਵਾਰ ਪੁਰਾਣੇ ਖਿਆਲਾਂ ਦਾ ਨਹੀਂ ਹੈ, ਪਰ ਫਿਰ ਵੀ ਪਰਿਵਾਰ ਬਰਾਦਰੀ ਦੇ ਰੀਤੀ ਰਿਵਾਜ ਬਿਨਾਂ ਕਿਸੇ ਕਿੰਤੂ ਪਰੰਤੂ ਦੇ ਅੱਖਾਂ ਮੀਚ ਕੇ ਅਪਣਾ ਲਵੇ। ਚਾਰ ਦੀਵਾਰੀ 'ਚ ਵਾਪਰੀ ਕਦੀ ਵੀ ਕੋਈ ਘਟਨਾ ਬਾਹਰ ਭਿਣਕ ਤੱਕ ਨਾ ਲੱਗਣ ਦੇਵੇ। ਪਿੰਡ ਦੇ ਮਾਹੌਲ ਮੁਤਾਬਕ ਪਹਿਰਾਵਾ ਪਹਿਨਣਾ ਜਾਣਦੀ ਹੋਵੇ। ਮੇਰੀ ਮਾਂ ਨੂੰ ਗੋਡਿਆਂ ਤੋਂ ਪਾਟੀ ਹੋਈ ਜੀਨ, ਖੁੱਲੇ ਕੁੜਤੇ ਤੋਂ ਬੇਹੱਦ ਨਫ਼ਰਤ ਏ। ਲੰਮੇ ਵਾਲਾਂ ਵਾਲੀ ਹੋਵੇ ਤਾਂ ਮੈਨੂੰ ਖੁਦ ਨੂੰ ਖੁਸ਼ੀ ਹੋਏਗੀ। ਡੈਡ ਦਾ ਅਫਸਰੀ ਤੇ ਰਾਜਨੀਤਿਕ ਸਰਕਲ, 500 ਬਰਾਤ ਦਾ ਬੰਦੋਬਸਤ ਕਿਸੇ ਵੱਡੇ ਤੇ ਸ਼ਾਨਦਾਰ ਜੇ ਹੋਟਲ 'ਚ ਹੋ ਜਾਏ ਤਾਂ ਉਹਨਾਂ ਦੇ ਰੁਤਬੇ ਦੀ ਬਰਾਬਰੀ ਹੋ ਸਕਦੀ ਏ। ਬਾਕੀ ਤਾਂ ਪਰਮਾਤਮਾ ਦਾ ਦਿੱਤਾ ਬਖਸ਼ਿਆ ਸਭ ਕੁਝ ਏ। ਹੁਣ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਨਿਸ਼ੰਗ ਹੋ ਕੇ ਆਖ ਸਕਦੇ ਹੋ। ਬਹੁਤ ਦੇਰ ਤੋਂ ਚੁੱਪ ਬੈਠੀ ਸਭ ਕੁਝ ਸੁਣਦੀ ਹੋਈ ਨੇ ਅਖੀਰ ਸੰਗ ਸ਼ਰਮ ਵਾਲਾ ਘੁੰਡ ਲਾ ਕੇ ਪਾਸੇ ਰੱਖ ਦਿੱਤਾ ਤੇ ਸਵੈ ਮਾਣ ਵਾਲੀ ਚੁੰਨੀ ਗਲ 'ਚ ਪਾ ਲਈ।
ਸ਼ੁਰੂਆਤ ਕਰਨ ਤੋਂ ਪਹਿਲਾਂ ਪਾਣੀ ਦਾ ਘੁੱਟ ਪੀਤਾ ਤੇ ਫਿਰ ਪੂਰੇ ਠਰਮੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ। ਮਾਪਿਆਂ ਦੀ ਕੱਲੀ ਧੀ ਆ, ਪਰ ਪਰਵਰਿਸ਼ ਮੁੰਡਿਆਂ ਵਾਂਗ ਹੀ ਹੋਈ ਏ। ਮੇਰਾ ਪਰਿਵਾਰ ਹੀ ਮੇਰੀ ਤਾਕਤ ਏ। ਡੈਡ ਮੌਮ ਨੂੰ ਜਵਾਈ ਦੇ ਰੂਪ 'ਚ ਇੱਕ ਐਸਾ ਪੁੱਤ ਚਾਹੀਦਾ ਹੈ ਜਿਹੜਾ ਹਰ ਮੁਸ਼ਕਿਲ ਵੇਲੇ ਬਿਨਾਂ ਦੇਰੀ ਕੀਤਿਆਂ ਉਹਨਾਂ ਦੇ ਸਿਰਹਾਣੇ ਆਣ ਖਲੋਏ, ਉਹਨਾਂ ਦੇ ਜਿਗਰ ਦੇ ਟੋਟੇ ਨਾਲ ਹਰ ਕੰਮ ਵਿੱਚ ਪੂਰਾ ਹੱਥ ਵਟਾਏ, ਨਾਲ ਦੀ ਨੂੰ ਓਨਾ ਹੀ ਮਾਣ ਸਤਿਕਾਰ ਦੇਵੇ ਜਿੰਨਾ ਕਿ ਉਹ ਖੁਦ ਆਪਣੀ ਭੈਣ ਲਈ ਆਪਣੇ ਜੀਜੇ ਕੋਲੋਂ ਐਕਸਪੈਕਟ ਕਰਦਾ ਹੈ। ਸ਼ਰਤਾਂ ਤੇ ਕੀਤੀ ਗਈ ਮੁਹੱਬਤ ਨੂੰ ਮੇਰੀ ਮਾਂ ਵਪਾਰ ਮੰਨਦੀ ਏ। ਮਾਪੇ ਐਸਾ ਜਵਾਈ ਲੱਭਦੇ ਨੇ ਜਿਹਨੂੰ ਆਪਣੀ ਮਾਂ ਤੇ ਵਹੁਟੀ ਵਿੱਚ ਸੰਤੁਲਨ ਬਣਾਉਣਾ ਆਉਂਦਾ ਹੋਵੇ। ਥਾਲੀ ਦੇ ਬੈਂਗਣ ਤੋਂ ਮੈਨੂੰ ਬਹੁਤ ਜ਼ਿਆਦਾ ਐਲਰਜੀ ਏ। ਪਹਿਰਾਵੇ 'ਚ ਜੀਨ ਪਸੰਦ ਕਰਦੀ ਆਂ, ਕਦੀ ਬਾਹਰ ਦਾ ਖਾਣਾ ਖਾ ਲੈਣ 'ਚ ਵੀ ਕੋਈ ਵੱਡੀ ਗੱਲ ਨਹੀਂ ਸਮਝੀ ਜਾਂਦੀ। ਖਿਆਲ ਉੱਚੇ ਤੇ ਸੁੱਚੇ ਹੋਣੇ ਚਾਹੀਦੇ ਨੇ। ਬਾਹਰੀ ਦਿੱਖ ਨਾਲ ਮੈਨੂੰ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ। ਰਹੀ ਗੱਲ ਵਿਆਹ ਤੇ ਬਰਾਤ ਦੀ, ਇੱਥੇ ਆਖੋਗੇ ਹੋ ਜਾਏਗਾ, ਪਰ ਖਰਚਾ ਅੱਧਾ ਵੰਡਿਆ ਜਾਊ। ਹਰ ਗੱਲ ਬਿਨਾਂ ਸੋਚੇ ਸਮਝੇ ਸਿਰ ਝੁਕਾ ਕੇ ਮੰਨ ਲੈਣ ਨੂੰ ਸਾਡੇ ਪਰਿਵਾਰ 'ਚ ਸੰਸਕਾਰਾਂ ਦਾ ਬਲੀ ਦੇਣਾ ਮੰਨਿਆ ਜਾਂਦਾ ਹੈ। ਹਰੇਕ ਗੱਲ ਤਰਕ ਦੀ ਕਸੌਟੀ ਤੇ ਪਰਖ ਕੇ ਹੀ ਮੰਨੀ ਜਾਂ ਇਨਕਾਰੀ ਜਾਂਦੀ ਏ। ਦਾਦਾ ਜੀ ਅਕਸਰ ਆਖਦੇ ਨੇ ਕਿ ਲੜਾਈ ਵਿੱਚ ਪਹਿਲ ਕਦੀ ਵੀ ਨਹੀਂ ਕਰਨੀ, ਪਰ ਧੱਕੇਸ਼ਾਹੀ ਨੂੰ ਸਹਿਣਾ ਜ਼ੁਲਮ ਕਰਨ ਨਾਲੋਂ ਵੀ ਮਾੜੀ ਮੰਨਦੇ ਨੇ। ਉਹ ਅਜੇ ਹੋਰ ਵੀ ਬੜਾ ਕੁਝ ਆਖਣਾ ਚਾਹੁੰਦੀ ਸੀ, ਪਰ ਮੁੰਡੇ ਨੇ ਅਚਾਨਕ ਹੀ ਬਾਹਰ ਖੜੋਤੇ ਬਹਿਰੇ ਨੂੰ ਇਸ਼ਾਰੇ ਨਾਲ ਅੰਦਰ ਸੱਦ ਲਿਆ। ਸ਼ਾਇਦ ਨਵੰਬਰ ਮਹੀਨੇ ਦੀ ਠੰਡ 'ਚ ਮੱਥੇ ਤੇ ਆ ਗਈ ਵੱਡੀ ਸਾਰੀ ਤਰੇੜੀ ਪੁੰਝਣ ਲਈ ਨੈਪਕਿਨ ਮੰਗ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਅੱਗੋਂ ਕੁਝ ਆਖ ਸਕਦਾ, ਕੁੜੀ ਉਹਦੇ ਮੱਥੇ ਤੇ ਲਿਖਿਆ ਪੜ੍ਹ ਕਮਰਾ ਛੱਡ ਚੁੱਕੀ ਸੀ ਤੇ ਚਾਰੇ ਪਾਸੇ ਅਜੀਬ ਜਿਹਾ ਸન્ਨਾਟਾ ਪਸਰ ਗਿਆ ਸੀ। ਦੂਰ ਕਿਤੇ ਨੀਲੇ ਅਸਮਾਨ ਵਿੱਚ ਸੱਭਿਅਤਾ ਤੇ ਸੰਸਕਾਰ ਨਾਮ ਦੀ ਤੱਕੜੀ ਨਿੰਮਾ ਮੁਸਕਰਾ ਰਹੀ ਸੀ। ਅੱਜ ਇੰਨੇ ਵਰਿਆਂ ਮਗਰੋਂ ਅਕਸਰ ਹੀ ਅਸਾਵੇਂ ਰਹਿੰਦੇ ਉਸ ਦੇ ਦੋਵੇਂ ਪਲੜੇ ਬਰੋਬਰ ਜੂ ਆ ਗਏ ਸਨ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਪਤਾ ਹੀ ਨਹੀਂ ਲੱਗਾ ਕਦੋਂ ਪੱਕੀ ਸਹੇਲੀ ਨੂੰ ਦੁਸ਼ਮਣ ਮੈਥੋਂ ਉਸ ਨਾਲ ਨਫ਼ਰਤ ਕਰਨ ਲੱਗੀ। ਇਹ ਸਭ ਕੁਝ ਸ਼ਾਇਦ ਉਦੋਂ ਹੋਇਆ ਜਦੋਂ ਮੈਥੋਂ ਵਧੀਆ ਘਰ ਵਿਆਹੀ ਗਈ। ਉਹਦਾ ਘਰ ਵਾਲਾ ਵੀ ਮੇਰੇ ਵਾਲੇ ਨਾਲੋਂ ਕਿਤੇ ਵੱਧ ਮੂੰਹ ਮੱਥੇ ਲੱਗਦਾ ਸੀ। ਸ਼ੁਰੂ 'ਚ ਉਸ ਪ੍ਰਤੀ ਆਪਣੇ ਇਹ ਅਹਿਸਾਸ ਦਿਲ ਅੰਦਰ ਦੱਬ ਕੇ ਰੱਖਦੀ, ਪਰ ਮਗਰੋਂ ਇਹ ਸਭ ਕੁਝ ਖੁੱਲ੍ਹਮ ਖੁੱਲ੍ਹਾ ਹੀ ਜ਼ਾਹਿਰ ਹੋਣ ਲੱਗਾ। ਹਮੇਸ਼ਾ ਕੋਸ਼ਿਸ਼ ਰਹਿੰਦੀ ਕਿ ਆਪਣੇ ਬਾਰੇ ਹਰ ਚੰਗੀ ਗੱਲ ਦਾ ਸਭ ਤੋਂ ਪਹਿਲਾਂ ਉਹਨੂੰ ਹੀ ਪਤਾ ਲੱਗੇ ਤੇ ਮੇਰੀ ਹਰ ਬੁਰੀ ਚੀਜ਼ ਉਹ ਤੋਂ ਲੁਕੀ ਰਹੇ। ਉਹਦੇ ਚਿਹਰੇ ਤੇ ਸਾੜੇ ਤੇ ਹੀਣ ਭਾਵਨਾ ਵਾਲੇ ਅਹਿਸਾਸ ਵੇਖਣਾ ਹੀ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਬਣ ਗਿਆ ਸੀ। ਹਰ ਵੇਲੇ ਕਨਸੂਆਂ ਲੈਂਦੀ ਰਹਿੰਦੀ, ਉਹਦੇ ਬੱਚੇ ਕੀ ਕਰਦੇ ਨੇ, ਕਾਰੋਬਾਰ ਕਿੱਦਾਂ ਦਾ ਚੱਲਦਾ ਹੈ। ਫਿਰ ਆਪਣੇ ਆਪ ਹੀ ਖੁਦ ਨਾਲ ਮੁਕਾਬਲਾ ਸ਼ੁਰੂ ਕਰ ਬੈਠਦੀ। ਪਾਰਟੀਆਂ, ਤਿੱਥ ਤਿਉਹਾਰਾਂ ਤੇ ਹੋਰ ਥਾਵਾਂ ਤੇ ਉਹਦੀ ਹੁੰਦੀ ਨਿੰਦਿਆ ਸੁਣ ਇੰਜ ਲੱਗਦਾ ਮਨ ਤੇ ਕੋਈ ਵੱਡਾ ਸਾਰਾ ਬੋਝ ਉਤਰ ਰਿਹਾ ਹੋਵੇ। ਮੇਰੀ ਇਸ ਸੋਚ ਦੇ ਉਲਟ ਉਹ ਤੇ ਉਹਦਾ ਪਰਿਵਾਰ ਲਗਾਤਾਰ ਤਰੱਕੀ ਕਰ ਮੈਥੋਂ ਕਿੰਨਾ ਅੱਗੇ ਨਿਕਲ ਗਿਆ। ਫਿਰ ਮੇਰੀ ਸੋਚ ਇੰਨੀ ਨਿੱਘਰ ਗਈ ਕਿ ਇੱਕ ਵਾਰ ਸੋਚਿਆ ਕਾਸ਼ ਉਹਨੂੰ ਕੋਈ ਬਿਮਾਰੀ ਲੱਗ ਜਾਏ। ਮੈਨੂੰ ਛੋਟੇ ਹੋਣ ਦਾ ਅਹਿਸਾਸ ਕਰਾਉਣ ਵਾਲੀ ਨੂੰ ਹੁਣ ਮਰ ਹੀ ਜਾਣਾ ਚਾਹੀਦਾ ਹੈ। ਫਿਰ ਇੱਕ ਦਿਨ ਵਾਕਿਆ ਹੀ ਖਬਰ ਆ ਗਈ, ਉਹਨੂੰ ਕੈਂਸਰ ਸੀ, ਨਾਮੁਰਾਦ ਆਖਰੀ ਸਟੇਜ ਵਾਲਾ। ਫਿਰ ਜਿਸ ਦਿਨ ਉਹਦਾ ਸੰਸਕਾਰ ਹੋਇਆ ਤਾਂ ਅੰਦਰੋਂ ਅੰਦਰ ਇੱਕ ਮਿੱਠੀ ਜਿਹੀ ਤਸੱਲੀ ਪਰ ਅੱਖੀਆਂ 'ਚ ਝੂਠੇ ਹੰਝੂ ਸਨ। ਰੋਜ਼ ਸਵੇਰੇ ਉੱਠ ਸ਼ੁਕਰ ਕਰਦੀ ਕਿ ਹੁਣ ਕੋਈ ਵੀ ਮੈਨੂੰ ਛੋਟੇ ਹੋਣ ਦਾ ਅਹਿਸਾਸ ਨਹੀਂ ਕਰਾਏਗਾ। ਜ਼ਿੰਦਗੀ ਜਿਉਣ ਦਾ ਵੀ ਇੱਕ ਵੱਖਰਾ ਹੀ ਸਵਾਦ ਜਿਹਾ ਆਏਗਾ। ਪਰ ਕੁਝ ਦਿਨਾਂ ਮਗਰੋਂ ਦਿਲ ਨੇ ਫਿਰ ਉਸੇ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ। ਚੁੱਪ ਚੁਪੀਤੇ ਹੀ ਦੋਸਤਾਂ ਦੀ ਭੀੜ ਵਿੱਚੋਂ ਮੈਂ ਇੱਕ ਹੋਰ ਦੁਸ਼ਮਣ ਮਿੱਥ ਲਿਆ। ਉਸ ਬਾਰੇ ਵੀ ਠੀਕ ਉਸੇ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਪਹਿਲਾਂ ਸੋਚਿਆ ਕਰਦੀ ਸੀ। ਕਈ ਵਾਰ ਅਹਿਸਾਸ ਹੁੰਦਾ ਸ਼ਾਇਦ ਮੈਨੂੰ ਕੋਈ ਰੋਗ ਲੱਗਾ ਹੋਇਆ ਸੀ, ਹਰ ਉਸ ਚੀਜ਼ ਨਾਲ ਈਰਖਾ ਸਾੜੇ ਵਾਲਾ ਜਿਹੜੀ ਮੇਰੇ ਨਾਲੋਂ ਬਿਹਤਰ ਸੀ। ਅਜੇ ਪਹਿਲੇ ਮਿੱਥੇ ਹੋਏ ਦੁਸ਼ਮਣ ਨੂੰ ਗਿਆ ਮਸਾਂ 2 ਸਾਲ ਵੀ ਨਹੀਂ ਸੀ ਹੋਏ ਕਿ ਡਾਕਟਰਾਂ ਨੇ ਆਖ ਦਿੱਤਾ
ਕਿ ਮੈਨੂੰ ਵੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੈ। ਪਰ ਹੈਰਾਨ ਸਾਂ, ਮੈਂ ਕਿੱਦਾਂ ਮਰ ਸਕਦੀ ਹਾਂ? ਮੈਂ ਤੇ ਜਿਉਂਦੇ ਰਹਿਣਾ, ਮਿੱਥੇ ਹੋਏ ਦੁਸ਼ਮਣਾਂ ਨਾਲ ਹਿੱਸਾ ਬਰੋਬਰ ਕਰਨ ਲਈ। ਪਰ ਜਿਉਂ-ਜਿਉਂ ਦਿਨ ਘਟਦੇ ਜਾਂਦੇ ਅਕਸਰ ਹੀ ਖਿਆਲ ਆਉਂਦੇ ਕਿ ਆਖਰ ਮੇਰੀ ਸਾਰੀ ਉਮਰ ਦਾ ਹਾਸਿਲ ਕੀ ਹੈ? ਸਿਰਫ ਮਿੱਥ ਕੇ ਦੁਸ਼ਮਣੀ ਦੀਆਂ ਕੰਧਾਂ ਹੀ ਤਾਂ ਉਸਾਰੀਆਂ ਸਨ, ਤੇ ਫਿਰ ਉਹਨਾਂ ਕੰਧਾਂ ਤੇ ਈਰਖਾ ਤੇ ਹੰਕਾਰ ਦੀਆਂ ਲੇਪਾਂ ਕਰਦੀ ਰਹੀ। ਹੋਰ ਕਿਸੇ ਚੀਜ਼ ਵੱਲ ਧਿਆਨ ਹੀ ਨਹੀਂ ਗਿਆ। ਰੱਬ ਦੀ ਬਣਾਈ ਖੂਬਸੂਰਤ ਦੁਨੀਆ ਦੇ ਕਿੰਨੇ ਪੱਖ ਇਸ ਮਿੱਥੀਆਂ ਹੋਈਆਂ ਇੱਕ ਪਾਸੜ ਦੁਸ਼ਮਣੀਆਂ ਦੀ ਭੇਟ ਚੜ੍ਹ ਗਏ। ਦੋਸਤੋ, ਅੱਜ ਭਲਕੇ ਨੂੰ ਮੈਂ ਚਲੀ ਜਾਣਾ ਹੈ, ਸਦਾ ਲਈ। ਕਹਾਣੀ ਮੁੱਕ ਜਾਣੀ ਹੈ, ਪਰ ਜਾਂਦੀ ਜਾਂਦੀ ਇੰਨੀ ਗੱਲ ਜ਼ਰੂਰ ਆਖਾਂਗੀ, ਖੁਦ ਦੀ ਸਵੈ ਪੜਚੋਲ ਕਰੋ। ਆਪਣੇ ਵਜੂਦ ਅੰਦਰ ਮਿੱਥ ਕੇ ਉਸ ਸਾਰੀਆਂ ਈਰਖਾ ਸਾੜੇ ਦੀਆਂ ਕਿੰਨੀਆਂ ਸਾਰੀਆਂ ਕੰਧਾਂ ਸਦਾ ਲਈ ਢਾਹ ਦਿਓ, ਕਿਉਂਕਿ ਤੁਸੀਂ ਖੁਦ ਜ਼ਹਿਰ ਦਾ ਪਿਆਲਾ ਪੀ ਕੇ ਇਹ ਆਸ ਰੱਖ ਰਹੇ ਹੋ ਕਿ ਉਹਦੇ ਅਸਰ ਨਾਲ ਕੋਈ ਦੂਜਾ ਮਰ ਜਾਏਗਾ। ਚਾਰਲੀ ਚੈਂਪਲਿਨ ਆਖਿਆ ਕਰਦਾ ਸੀ, ਜਿਸ ਦਿਨ ਮੈਂ ਖੁੱਲ੍ਹ ਕੇ ਨਾ ਹੱਸਿਆ ਹੋਵਾਂ, ਉਹ ਦਿਨ ਅਸਲ 'ਚ ਮੇਰੀ ਜ਼ਿੰਦਗੀ ਦਾ ਸਭ ਤੋਂ ਬੇਕਾਰ ਦਿਨ ਹੁੰਦਾ ਹੈ। ਧੰਨਵਾਦ। ਅਗਲੀ ਕਹਾਣੀ। ਵੱਡੇ ਵੀਰ ਜੀ ਅਕਸਰ ਆਖਿਆ ਕਰਦੇ, ਓਏ ਜਜ਼ਬਾਤੀ ਹੋ ਕੇ ਕਦੀ ਕਾਰੋਬਾਰ ਨਹੀਂ ਚੱਲਿਆ ਕਰਦੇ। ਕਾਮਯਾਬ ਕਾਰੋਬਾਰੀ ਉਹ ਜਿਹੜਾ ਦਿਮਾਗ ਤੋਂ ਫੈਸਲਾ ਲੈ ਕੇ ਸੱਪ ਵੀ ਮਾਰ ਦੇਵੇ ਤੇ ਸੋਟੀ ਵੀ ਨਾ ਟੁੱਟਣ ਦੇਵੇ। ਇੱਕ ਦਿਨ ਸਵੇਰੇ ਸਵੇਰੇ ਕੋਲ ਸੱਦ ਆਖਣ ਲੱਗੇ, ਸ਼ੈਲਰ ਤੇ ਕੰਮ ਘਟ ਗਿਆ, ਇੱਕ ਦੋ ਬੰਦਿਆਂ ਦੀ ਛਾਂਟੀ ਕਰਨੀ ਪੈਣੀ ਹੈ, ਕੋਈ ਨਾਮ ਬੋਲ। ਮੇਰੇ ਵਾਸਤੇ ਬੜਾ ਮੁਸ਼ਕਿਲ ਸੀ, ਕਿਸ ਦਾ ਨਾਮ ਲਵਾਂ। ਦੂਰ ਪਿੰਡਾਂ ਤੋਂ ਆਉਂਦੀ ਸਾਰੀ ਲੇਬਰ, ਨਿੱਕੇ ਨਿੱਕੇ ਜਵਾਕ, ਗਰੀਬ ਟੱਬਰਾਂ ਵਿੱਚੋਂ ਦੋ ਡੰਗ ਦਾ ਜੁਗਾੜ ਹੀ ਮਸਾਂ ਚੱਲਦਾ। ਹਿਸਾਬ ਕਿਤਾਬ ਲਾਇਆ ਤੇ ਤੁਲਾਈ ਕਰਦੇ ਦਰਸ਼ਨ ਸਿੰਘ ਨੂੰ ਕੋਲ ਸੱਦ ਨੌਕਰੀ ਤੋਂ ਫਾਰਗ ਕਰਨ ਵਾਲਾ ਫੈਸਲਾ ਸੁਣਾ ਦਿੱਤਾ। ਉਸ ਤੇ ਬਿਜਲੀ ਡਿੱਗ ਪਈ ਹੋਵੇ। ਹੱਥ ਜੋੜ ਆਖਣ ਲੱਗਾ, ਜੀ ਨਿੱਕੇ ਨਿੱਕੇ ਜਵਾਕ ਨੇ, ਕੋਈ ਹੱਲ ਨਿਕਲਦਾ ਕਰੋ, ਕਿੱਥੋਂ ਲੱਭਾਂਗਾ ਹੋਰ ਨੌਕਰੀ। ਮੈਂ ਸਾਰੀ ਗੱਲ ਵੱਡੇ ਭਾਜੀ ਤੇ ਆਪ ਪਾਸੇ ਹੋ ਗਿਆ। ਘੰਟੇ ਕੁ ਬਾਅਦ ਸਾਰੀ ਲੇਬਰ ਦਫ਼ਤਰ ਦੇ ਬਾਹਰ ਇਕੱਠੀ ਹੋ ਗਈ। ਇੰਜ ਲੱਗਿਆ ਜਿੱਦਾਂ ਸਾਰੇ ਇਕੱਠੇ ਹੋ ਕੇ ਰੋਸ, ਗਿਲਾ ਸ਼ਿਕਵਾ ਤੇ ਜਾਂ ਫਿਰ ਹੜਤਾਲ ਕਰਨਗੇ। ਪਰ ਵਿਚਲੀ ਗੱਲ ਕੋਈ ਹੋਰ ਨਿਕਲੀ। ਸਾਰੇ ਆਖਣ ਲੱਗੇ, ਜੀ ਦਰਸ਼ਨ ਨੂੰ ਨੌਕਰੀ ਤੋਂ ਨਾ ਕੱਢੋ, ਦੋ ਧੀਆਂ ਦਾ ਬਾਪ ਤੇ ਉੱਤੋਂ ਬੁੱਢੇ ਮਾਪੇ। ਅੱਗੋਂ ਜਿਹੜੀ ਗੱਲ ਨੇ ਮੈਨੂੰ ਪੂਰੀ ਤਰ੍ਹਾਂ ਸੁੰਨ ਹੀ ਕਰਕੇ ਰੱਖ ਦਿੱਤਾ, ਉਹ ਇਹ ਸੀ ਕਿ ਸਾਰੇ ਇੱਕ ਮਤ ਹੋ ਕੇ ਆਖਣ ਲੱਗੇ, ਇੰਜ ਕਰੋ, ਇਹਦੀ ਜਿੰਨੀ ਵੀ ਤਨਖਾਹ ਬਣਦੀ ਏ ਉਨੀ ਰਕਮ ਦੀ ਸਾਡੇ ਸਾਰਿਆਂ ਦੀਆਂ ਤਨਖਾਹਾਂ 'ਚੋਂ ਬਰੋਬਰ ਕਟੌਤੀ ਕਰ ਲਿਆ ਕਰੋ, ਪਰ ਇਹਨੂੰ ਕੰਮ ਕਰਨ ਦਿਓ। ਮਹਾਮਾਰੀ ਦੇ ਇਸ ਦੌਰ 'ਚ ਕਿੱਥੇ ਜਾਊ, ਅਸੀਂ ਬੇਸ਼ੱਕ ਥੋੜ੍ਹੀ ਘੱਟ ਹੀ ਖਾ ਲਿਆ ਕਰਾਂਗੇ। ਵੱਡੇ ਭਾਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੀਵੀਂ ਪਾ ਲਈ। ਆਪਣੇ ਦਿਮਾਗਾਂ ਦੀ ਆਖੀ ਅਣਸੁਣੀ ਕਰ ਦਿਲ ਦੀ ਹੂਕ ਤੇ ਆਧਾਰਿਤ ਵੱਡੇ ਫੈਸਲੇ ਲੈਂਦੇ ਹੋਏ ਕੁਝ ਐਸੇ ਦੇਵ ਪੁਰਸ਼ ਸ਼ਾਇਦ ਅੱਜ ਪਹਿਲੀ ਵਾਰ ਵੇਖੇ ਸੀ, ਜਿਨ੍ਹਾਂ ਨੇ ਸੱਪ ਵੀ ਮਾਰ ਦਿੱਤਾ ਸੀ ਤੇ ਸੋਟੀ ਵੀ ਟੁੱਟੜੋਂ ਬਚਾ ਲਈ ਸੀ। ਦੋਸਤੋ, ਕੁਝ ਖਾਮੋਸ਼ ਦਸਵੰਧਾਂ ਹਮਾਤੜ ਵੀ ਕੱਢਿਆ ਕਰਦੇ ਨੇ, ਪਰ ਕੱਢਣ ਦੇ ਤਰੀਕੇ ਹੋਰ ਹੁੰਦੇ ਨੇ। ਧੰਨਵਾਦ। ਅਗਲੀ ਕਹਾਣੀ। ਮੂਵਿੰਗ ਕੰਪਨੀ 'ਚ ਨਵੀਂ ਨੌਕਰੀ ਮਿਲੀ। ਟ੍ਰੇਨਿੰਗ ਦੌਰਾਨ ਦੋ ਗੱਲਾਂ ਤੇ ਜ਼ੋਰ ਦਿੱਤਾ ਗਿਆ, ਸਮਾਨ ਟਾਈਮ ਸਿਰ ਪੜਨਾ ਚਾਹੀਦਾ ਤੇ ਉਹ ਵੀ ਬਿਨਾਂ ਕਿਸੇ ਟੁੱਟ ਭੱਜ ਦੇ। ਉਸ ਦਿਨ ਮਿਲਟਰੀ ਦੇ ਅਫਸਰ ਦੇ ਸਮਾਨ ਦੀ ਡਿਲੀਵਰੀ ਸੀ। ਹੈ ਤਾਂ ਆਪਣੇ ਸਰਦਾਰ ਜੀ ਸਨ, ਪਰ ਦੇਖਣ ਵਾਲੇ ਨੂੰ ਬੜੇ ਗੁੱਸੇ ਵਾਲੇ, ਪੈਰ ਪੈਰ ਤੇ ਫੌਜੀਆਂ ਵਾਲੇ ਹੁਕਮ ਚਾੜ ਰਹੇ ਸਨ। ਟੈਨਸ਼ਨ 'ਚ ਪਤਾ ਨਹੀਂ ਲੱਗਾ ਕਦੋਂ ਟੀਵੀ ਵਾਲੀ ਪੈਕਿੰਗ ਹੱਥੋਂ ਛੁੱਟ ਭੁੰਜੇ ਡਿੱਗ ਪਈ। ਹੱਥ ਪੈਰ ਸੁੰਨ ਹੋ ਗਏ। ਫਿਰ ਵੀ ਕਾਬੂ ਰੱਖਦਿਆਂ ਇਹ ਸੋਚ ਬਕਸਾ ਉਸੇ ਤਰ੍ਹਾਂ ਹੀ ਚਾੜ ਦਿੱਤਾ ਕਿ ਸਾਰਾ ਸਮਾਨ ਲਾ ਕੇ ਆਪ ਹੀ ਦੱਸ ਦੇਵਾਂਗਾ। ਹਿਸਾਬ ਜਿਹਾ ਲਾ ਲਿਆ ਕਿ ਅਗਲੇ 2 ਮਹੀਨੇ ਦੀ ਤਨਖਾਹ ਤਾਂ ਇਸੇ ਨੁਕਸਾਨ ਦੇ ਹਰਜਾਨੇ 'ਚ ਗਈ ਸਮਝੋ। ਸਾਰੇ ਰਾਹ ਸੋਚਦਾ ਆਇਆ ਕਿ ਹੁਣ ਉਧਾਰ ਕਿੱਧਰੋਂ ਲੈਣੇ ਨੇ। ਖੈਰ, ਮੰਜ਼ਿਲ ਤੇ ਅੱਪੜ ਸਾਰਾ ਸਮਾਨ ਲਾਉਣਾ ਸ਼ੁਰੂ ਕਰ ਦਿੱਤਾ। ਸਬੱਬ ਦੇਖੋ, ਜਾਂਦਿਆਂ ਹੀ ਨਿਆਣਿਆਂ ਦੁਹਾਈ ਚੁੱਕ ਦਿੱਤੀ, ਸਭ ਤੋਂ ਪਹਿਲਾਂ ਸਾਡਾ ਟੀਵੀ ਲਾ ਦਿਓ। ਪੈਕ ਖੋਲਿਆ
ਸਕਰੀਨ ਤੇ ਤਰੇੜਾਂ ਹੀ ਤਰੇੜਾਂ। ਚਾਰੇ ਪਾਸੇ ਚੁੱਪ ਛਾ ਗਈ। ਡਰਾਈਵਰ ਜਿਹੜਾ ਹੈਲਪਰ ਦਾ ਕੰਮ ਵੀ ਕਰਿਆ ਕਰਦਾ ਸੀ ਆਖਣ ਲੱਗਾ, ਬਲਬੀਰ ਸਿਆਂ, ਟੀਵੀ ਤੇ ਤੂੰ ਹੀ ਚਾੜਿਆ ਸੀ ਨਾ। ਮੇਰੇ ਹਾਂ ਆਖਣ ਨਾਲ ਹੀ ਮੇਰੇ ਤੇ ਕਸੂਰਵਾਰ ਹੋਣ ਦੀ ਮੋਹਰ ਵੀ ਲੱਗ ਗਈ। ਬਸ ਸਜ਼ਾ ਦਾ ਹੀ ਇੰਤਜ਼ਾਰ ਸੀ। ਸਰਦਾਰ ਹੋਰੀ ਗੁੱਸੇ ਨਾਲ ਦੇਖਦੇ ਰਹੇ। ਫਿਰ ਪਤਨੀ ਤੇ ਬੱਚੇ ਕਮਰੇ ਚੋਂ ਬਾਹਰ ਕੱਢ ਅੰਦਰੋਂ ਕੁੰਡਾ ਲਾ ਲਿਆ। ਸੋਚ ਲਿਆ ਕਿ ਹੁਣ ਪੱਕਾ ਮਿਲਟਰੀ ਸਟਾਈਲ 'ਚ ਗਾਲਾਂ ਬਹਿਣਗੀਆਂ। ਮੈਨੇਜਰ ਨੂੰ ਫੋਨ ਵੀ ਜਾਊ ਤੇ ਨੌਕਰੀ ਦਾ ਵੀ ਕੋਈ ਪਤਾ ਨਹੀਂ ਰਹੂ ਕਿ ਨਾ ਰਹੂ। ਕੁਝ ਚਿਰ ਦੀ ਚੁੱਪੀ ਮਗਰੋਂ ਆਖਣ ਲੱਗੇ, ਮੈਨੂੰ ਨਹੀਂ ਪਤਾ ਤੁਹਾਨੂੰ ਟ੍ਰੇਨਿੰਗ 'ਚ ਕੀ ਸਿਖਾਇਆ ਜਾਂਦਾ ਹੈ, ਪਰ ਸਾਡੀ ਫੌਜੀ ਟ੍ਰੇਨਿੰਗ ਦੱਸਦੀ ਏ ਕਿ ਜੰਗ ਵਿੱਚ ਅੱਗੇ ਵੀ ਵਧਣਾ ਹੈ ਤੇ ਆਪਣਾ ਬਚਾਅ ਵੀ ਕਰਨਾ ਹੈ। ਅੱਗੋਂ ਆਪਣਾ ਕੰਮ ਧਿਆਨ ਨਾਲ ਕਰੀ, ਜਾ ਦੌੜ ਜਾ। ਸੰਖੇਪ ਜਿਹੇ ਵਾਰਤਾਲਾਪ ਮਗਰੋਂ ਏਡੀ ਛੇਤੀ ਖਲਾਸੀ ਹੋ ਜੂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਮੇਰੇ ਹੱਥ ਜੁੜੇ ਦੇ ਜੁੜੇ ਹੀ ਰਹਿ ਗਏ। ਫਿਰ ਵੀ ਜਾਂਦਿਆਂ ਜਾਂਦਿਆਂ ਪੁੱਛ ਹੀ ਲਿਆ ਕਿ ਸਾਹਿਬ ਜੀ, ਉਹ ਟੁੱਟਾ ਹੋਇਆ ਟੈਲੀਵਿਜ਼ਨ। ਆਖਣ ਲੱਗੇ, ਪੁੱਤਰਾ, ਉਹ ਤੇ ਹੋਰ ਵੀ ਆ ਜਾਓ, ਪਰ ਤੈਨੂੰ ਕਿਸੇ ਦੂਜੀ ਨੌਕਰੀ ਤੇ ਸੌਖਿਆ ਨਹੀਂ ਰੱਖਣਾ। ਸੋ ਦੋਸਤੋ, ਜਜ਼ਬਾਤਾਂ ਦੀ ਮੰਡੀ ਵਿੱਚ ਕੁਝ ਇਨਸਾਨ ਐਸੇ ਵੀ ਹੁੰਦੇ ਹੈ ਜਿਹੜੇ ਨਿਲਾਮ ਹੋ ਰਹੀਆਂ ਕਦਰਾਂ ਕੀਮਤਾਂ ਦੀ ਵੱਡੀ ਤੋਂ ਵੱਡੀ ਬੋਲੀ ਲਾਉਣ ਲੱਗਿਆਂ ਮਿੰਟ ਵੀ ਨਹੀਂ ਲਾਉਂਦੇ, ਕਿਉਂਕਿ ਉਹ ਜਾਣਦੇ ਨੇ ਕਿ ਜੇ ਇਹ ਕੀਮਤੀ ਚੀਜ਼ਾਂ ਕਿਸੇ ਨਾਸ਼ੁਕਰੇ ਹੱਥ 'ਚ ਚਲੀਆਂ ਗਈਆਂ ਤਾਂ ਬੁਰੀ ਤਰ੍ਹਾਂ ਰੋਲ ਦਿੱਤੀਆਂ ਜਾਣਗੀਆਂ। ਧੰਨਵਾਦ। ਅਗਲੀ ਕਹਾਣੀ। ਇੱਕਦਮ ਉਹਦੀ ਜਾਗ ਖੁੱਲੀ। ਅੱਖਾਂ ਮਲਦੇ ਨੇ ਮੰਜੇ ਨੂੰ ਟੋਹ ਕੇ ਦੇਖਿਆ। ਤਰਾਹ ਨਿਕਲ ਗਿਆ। ਮਾਂ ਉੱਥੇ ਨਹੀਂ ਸੀ। ਭੱਜ ਕੇ ਬਾਹਰ ਗਿਆ। ਉਹਨੂੰ ਫਰਸ਼ ਤੇ ਲੰਮੀ ਪਾਇਆ ਹੋਇਆ ਸੀ। ਆਂਢ ਗੁਆਂਢ ਸਾਕ ਸੰਬੰਧੀ ਕੋਲ ਬੈਠੇ ਸਨ। ਦਾਦੀ, ਜਿਹੜੀ ਕਦੇ ਸਿੱਧੇ ਮੂੰਹ ਗੱਲ ਨਹੀਂ ਸੀ ਕਰਿਆ ਕਰਦੀ, ਅੱਜ ਲੰਮੀ ਪਈ ਦੇ ਸਿਰ 'ਚ ਹੱਥ ਫੇਰ ਰਹੀ ਸੀ। ਭੂਆ, ਜਿਹੜੀ ਹਮੇਸ਼ਾ ਕਲੇਸ਼ ਦੀ ਵਜ੍ਹਾ ਬਣਿਆ ਕਰਦੀ, ਅੱਜ ਉਹਦੇ ਕੋਲ ਬੈਠੀ ਉਹਦਾ ਗਲ ਪਾਇਆ ਸੂਟ ਸੁਆਰਾ ਕਰੀ ਜਾ ਰਹੀ ਸੀ। ਉਹਨੂੰ ਸਮਝ ਨਾ ਪਈ ਕਿ ਇੰਨੇ ਸਾਰੇ ਲੋਕ ਅੱਜ ਲੰਮੀ ਪਈ ਉਹਦੀ ਮਾਂ ਦੇ ਕੋਲ ਕਰ ਕੀ ਰਹੇ ਨੇ, ਉਹ ਵੀ ਇੰਨੇ ਚੁੱਪਚਾਪ ਤੇ ਬਿਲਕੁਲ ਸ਼ਾਂਤ। ਕਦੀ ਮਾਂ ਲਈ ਸੋਹਣਾ ਸੂਟ ਆਇਆ ਤਾਂ ਖੋਹ ਲਿਆ ਕਿ ਤੇਰੇ ਕੋਲ ਅੱਗੇ ਬਥੇਰੇ ਨੇ। ਜੇ ਥੱਕੀ ਟੁੱਟੀ ਦੀ ਕਦੇ ਅੱਖ ਲੱਗ ਗਈ ਤਾਂ ਭੁਚਾਲ ਆ ਜਾਂਦਾ। ਫਿਰ ਉਹ ਕੱਚੀ ਨੀਂਦਰੇ ਉੱਠ ਬਿਨਾਂ ਕਿਸੇ ਨੂੰ ਕੁਝ ਆਖੇ ਕੰਮ ਤੇ ਲੱਗ ਜਾਂਦੀ। ਗੱਲ ਗੱਲ ਤੇ ਮਾਂ ਨੂੰ ਝਿੜਕਣ ਵਾਲਾ ਬਾਪ ਵੀ ਅੱਜ ਇੰਨਾ ਚੁੱਪਚਾਪ ਕਿੱਦਾਂ ਹੋ ਗਿਆ। ਉਹ ਭੱਜ ਕੇ ਕੋਲ ਗਿਆ ਤੇ ਉਹਨੂੰ ਹਿਲਾਉਣ ਲੱਗਾ। ਉੱਠ, ਸੁੱਤੀ ਕਿਉਂ ਪਈ ਏ? ਇਹ ਵੇਲਾ ਸੌਣ ਦਾ ਨਹੀਂ, ਰੋਟੀ ਪਕਾ ਕੇ ਦੇ, ਸਕੂਲੋਂ ਕੁਵੇਲਾ ਹੋਈ ਜਾਂਦਾ। ਭੂਆ ਨੇ ਬਾਹੋਂ ਫੜ ਲਾਂਭੇ ਕਰ ਦਿੱਤਾ। ਦੂਰ ਰਹਿ, ਤੇਰੀ ਮਾਂ ਹੁਣ ਰੱਬ ਕੋਲ ਚਲੀ ਗਈ। ਕਿਸ ਨੇ ਭੇਜਿਆ ਮੇਰੀ ਮਾਂ ਨੂੰ ਰੱਬ ਕੋਲ? ਪਾਪਾ ਨੇ, ਦਾਦੀ ਨੇ ਕਿ ਤੁਸੀਂ? ਕੋਈ ਭੇਜਦਾ ਥੋੜੀ ਏ, ਮਾਵਾਂ ਆਪੇ ਚਲੀਆਂ ਜਾਂਦੀਆਂ ਬਿਨਾਂ ਦੱਸਿਆਂ। ਨਹੀਂ, ਮੇਰੀ ਬਿਨਾਂ ਦੱਸਿਆਂ ਮਾਂ ਕਿਤੇ ਨਹੀਂ ਜਾ ਸਕਦੀ। ਉਹ ਜਿੱਥੇ ਵੀ ਜਾਂਦੀ ਹੈ ਮੇਰੇ ਸਕੂਲ ਮੁੜਨ ਤੋਂ ਪਹਿਲਾਂ ਮੁੜ ਆਇਆ ਕਰਦੀ ਹੈ। ਝੂਠ ਬੋਲਦੇ ਹੋ ਸਾਰੇ। ਉਹ ਅਡੋਲ ਪਈ ਮਾਂ ਵੱਲ ਵੇਖੀ ਜਾ ਰਿਹਾ ਸੀ। ਸੋਚ ਰਿਹਾ ਸੀ ਕਿ ਜਦੋਂ ਵੀ ਮਾਂ ਨੇ ਘਰ ਵਾਲੇ ਨਾਲ ਕੋਈ ਗੱਲ ਕਰਨੀ ਚਾਹੀ ਤਾਂ ਅੱਗੋਂ ਆਖ ਦਿਆ ਕਰਦਾ, ਮੇਰੀ ਮਾਂ ਪਹਿਲਾਂ ਹੈ, ਮੈਂ ਇਸ ਮਾਮਲੇ 'ਚ ਤੇਰੀ ਕੋਈ ਗੱਲ ਨਹੀਂ ਸੁਣਨੀ। ਫਿਰ ਬਾਪ ਕੋਲ ਗਿਆ ਤੇ ਪੁੱਛਣ ਲੱਗਾ, ਜਦੋਂ ਵੀ ਕੋਈ ਗੱਲ ਹੁੰਦੀ ਤਾਂ ਤੁਸੀਂ ਹਮੇਸ਼ਾ ਆਖਦੇ ਮੇਰੀ ਮਾਂ ਪਹਿਲਾਂ, ਪਰ ਇਸ ਵਾਰ ਤੁਸੀਂ ਮੇਰੀ ਮਾਂ ਨੂੰ ਪਹਿਲਾਂ ਕਿਉਂ ਭੇਜ ਦਿੱਤਾ, ਆਪਣੀ ਨੂੰ ਕਿਉਂ ਨਹੀਂ? ਸਾਰੇ ਚੁੱਪ ਸਨ, ਪਰ ਉਹ ਸਵਾਲ ਪੁੱਛੀ ਜਾ ਰਿਹਾ ਸੀ। ਕਿਧਰੋਂ ਜਵਾਬ ਨਾ ਮਿਲਿਆ ਤਾਂ ਥੱਕ ਕੇ ਸੁੱਤੀ ਪਈ ਦੇ ਢਿੱਡ ਤੇ ਸਿਰ ਰੱਖ ਸੌਂ ਗਿਆ। ਫਿਰ ਉਹਨੂੰ ਇੱਕ ਸੁਪਨਾ ਜਿਹਾ ਆਇਆ। ਮਾਂ ਆਖ ਰਹੀ ਸੀ, ਪੁੱਤ ਬਥੇਰਾ ਰੋ ਲਿਆ, ਹੁਣ ਬੁੱਕਲ 'ਚ ਆ ਜਾ। ਮੈਨੂੰ ਪੱਕਾ ਪਤਾ ਹੈ ਤੈਨੂੰ ਨੀਂਦਰ ਆਈ ਹੋਣੀ ਹੈ। ਧੰਨਵਾਦ। ਅਗਲੀ ਕਹਾਣੀ। ਪੂਰੇ 18 ਵਰ੍ਹੇ ਪਹਿਲਾਂ ਚੰਗੀ ਤਰ੍ਹਾਂ ਯਾਦ ਹੈ, ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਬਸ ਥੋੜ੍ਹੀ ਦੇਰ ਹੋਰ ਹਿੰਮਤ ਰੱਖਦੀ ਏ। ਫਿਰ ਵੱਡਾ ਸਾਰਾ ਜਵਾਰ ਭੱਟ ਆਇਆ ਤੇ ਅਗਲੇ ਹੀ ਪਲ ਇਹ ਮੇਮਣਾ ਮੇਰੇ ਸਾਹਮਣੇ ਅਚੇਤ ਪਿਆ ਸੀ। ਮੈਂ ਪੀੜਾਂ ਦੇ ਸਮੁੰਦਰ ਵਿੱਚੋਂ ਬਾਹਰ ਆ ਚੁੱਕੀ ਸਾਂ। ਬੈੱਡ ਕੋਲ ਪਈ ਸ਼ੀਸ਼ੇ ਦੇ ਬਕਸੇ 'ਚ ਵੱਡੇ ਸਾਰੇ ਬੱਲਬ ਦੀ ਗਰਮੀ ਹੇਠ ਸਥਿਰ ਪਿਆ ਉਹ ਪਤਾ ਨਹੀਂ ਰੋ ਕਿਉਂ ਨਹੀਂ ਸੀ ਰਿਹਾ। ਮੈਨੂੰ ਬੇਅਕਲੀ ਨੂੰ ਇੰਨਾ ਵੀ ਨਹੀਂ ਸੀ ਪਤਾ ਕਿ ਇਹ ਵਾਕਿਆ ਹੀ ਖਤਰੇ ਵਾਲੀ ਗੱਲ ਸੀ।
ਕੋਲ ਹੀ ਹੁੰਦੀ ਨਸ ਭੱਜ ਦੇ ਦੌਰਾਨ ਬਾਹਰੋਂ ਮਾਂ ਦੇ ਰੋਣ ਦੀ ਆਵਾਜ਼ ਕੰਨੀ ਪਈ। ਮੇਰਾ ਵੀ ਰੋਣ ਨਿਕਲ ਗਿਆ। ਪੱਕਾ ਕੋਈ ਅਣਹੋਣੀ ਹੋ ਗਈ ਹੋਣੀ ਹੈ। ਫਿਰ ਵਾਹਿਗੁਰੂ ਦੀ ਮਿਹਰ ਹੋਈ। ਉਹ ਸਤਮਾਇਆ ਜੰਮ ਪਿਆ। ਅਚਾਨਕ ਹੀ ਉੱਚੀ ਸਾਰੀ ਰੋ ਪਿਆ ਤੇ ਬਾਕੀ ਸਾਰਿਆਂ ਦੀ ਜਾਨ 'ਚ ਜਾਨ ਆ ਗਈ। ਮੈਂ ਸਾਰੀ ਰਾਤ ਰੋਂਦੇ ਹੋਏ ਨੂੰ ਸੁੱਖਾਂ ਮੰਗਦੀ ਰਹੀ, ਅਰਦਾਸਾਂ ਕਰਦੀ ਰਹੀ, ਪਰ ਸ਼ਰਮ ਦੀ ਮਾਰੀ ਉਹਨੂੰ ਘੜੀ ਪਲ ਲਈ ਵੀ ਆਪਣੀ ਝੋਲੀ 'ਚ ਪਾਉਣ ਲਈ ਮੰਗ ਨਾ ਸਕੀ। ਫਿਰ ਦਿਨ ਚੜੇ ਜਦੋਂ ਮਾਂ ਨੇ ਉਹਨੂੰ ਹੌਲੀ ਜਿਹੀ ਮੇਰੇ ਨਾਲ ਪਾਇਆ ਤੇ ਇੰਝ ਲੱਗਾ ਜਿੱਦਾਂ 7 ਜਹਾਨਾਂ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਵਜੂਦ 'ਚ ਸਮੋ ਗਈਆਂ ਹੋਣ। ਫਿਰ 6ਵੀਂ ਜਮਾਤ ਤੱਕ ਉਹਨੂੰ ਮੇਰੇ ਢਿੱਡ ਤੇ ਹੱਥ ਰੱਖੇ ਬਗੈਰ ਨੀਂਦਰ ਨਹੀਂ ਸੀ ਪਿਆ ਕਰਦੀ। ਮੈਨੂੰ ਵੀ ਉਹਦੇ ਪੋਲੇ ਜਿਹੇ ਹੱਥ ਦੀ ਆਦਤ ਜੀ ਪੈ ਗਈ। ਫਿਰ ਇੱਕ ਦਿਨ ਕਿਸੇ ਗੱਲੋਂ ਅੱਗੋਂ ਬੋਲ ਪਿਆ। ਗੁੱਸਾ ਆਇਆ, ਚੰਡ ਕੱਢ ਮਾਰੀ। ਫਿਰ ਆਪਣੇ ਆਪ ਤੇ ਗੁੱਸਾ ਆਇਆ। ਅਖੀਰ ਮਹਿਸੂਸ ਹੋਇਆ ਕਿ ਹੁਣ ਵੱਡਾ ਹੋ ਰਿਹਾ ਹੈ। ਪੂਰੇ 18 ਸਾਲ ਬਾਅਦ ਅੱਜ ਪਹਿਲੀ ਵਾਰ ਪੜ੍ਹਨ ਲਈ ਸਾਥੋਂ ਕਿੰਨੀ ਦੂਰ 7 ਸਮੁੰਦਰ ਪਾਰ ਜਾ ਰਿਹਾ ਸੀ। ਕਦੇ-ਕਦੇ ਦਿਲ 'ਚੋਂ ਹੂਕ ਜੇ ਉੱਠਦੀ ਏ ਤਾਂ ਬੁਰਾ ਹਾਲ ਹੋ ਜਾਂਦਾ ਹੈ। ਫਿਰ ਉਹਦੀ ਅਲਮਾਰੀ, ਭਾਂਡੇ, ਜੁੱਤੀਆਂ, ਕਿਤਾਬਾਂ, ਕੱਪੜੇ ਤੇ ਕਮਰੇ 'ਚ ਪਿਆ ਉਂਝ ਦਾ ਉਂਝ ਖਲਾਰਾ ਵੇਖ ਕਲੇਜਾ ਮੂੰਹ ਨੂੰ ਆਉਂਦਾ ਹੈ। ਪਤਾ ਨਹੀਂ ਕਿਉਂ ਲੱਗਦਾ ਹੈ ਕਿ ਕਾਲਜ ਜਾ ਕੇ ਬਦਲ ਜਿਹਾ ਗਿਆ ਸੀ। ਸਾਰਾ ਦਿਨ ਬਸ ਸੈੱਲ ਫੋਨ, ਕਦੇ ਹੱਸ ਪਿਆ ਕਰਦਾ, ਕਦੇ ਸੀਰੀਅਸ, ਕਦੀ ਸ਼ੱਕ ਜਿਹਾ ਪੈਂਦਾ ਕੋਈ ਗਰਲਫ੍ਰੈਂਡ ਹੀ ਨਾ ਬਣਾ ਲਈ ਹੋਵੇ। ਜਿਉਣ ਜੋਗਾ ਜਾਣ ਲੱਗਿਆ ਚੱਜ ਨਾਲ ਮਿਲ ਕੇ ਵੀ ਤਾਂ ਨਹੀਂ ਸੀ ਗਿਆ। ਕਹਿੰਦਾ ਮੰਮਾ ਕੋਈ ਫਿਕਰ ਨਾ ਕਰ, ਸਭ ਕੁਝ ਠੀਕ ਹੋ ਜੂ, ਫੋਨ ਕਰਿਆ ਕਰੂੰ ਰੋਜ਼। ਪਰ ਜਦੋਂ ਹੌਲੇ ਪੈ ਗਏ ਦਿਲ ਕੋਲੋਂ ਵਿਛੋੜਾ ਹੋਰ ਨਹੀਂ ਸਿਆ ਜਾਂਦਾ ਤਾਂ ਅਕਸਰ ਹੀ ਅੱਖਾਂ ਪੂੰਝਦੀ ਬਾਹਰ ਮਨੀ ਪਲਾਂਟ ਦੀ ਲੰਮੀ ਹੁੰਦੀ ਜਾਂਦੀ ਵੇਲ ਕੋਲ ਆਣ ਬਹਿੰਦੀ ਹਾਂ। ਫਿਰ ਆਪਣੇ ਆਪ ਨੂੰ ਤਸੱਲੀਆਂ ਦਿੰਦੀ ਹਾਂ ਕਿ ਇਸ ਦੁਨੀਆ 'ਚ ਅੱਗੇ ਵਧਣ ਵਾਸਤੇ ਆਪਣੀ ਜੜ੍ਹਾਂ ਤੋਂ ਦੂਰ ਹੋਣਾ ਹੀ ਪੈਂਦਾ ਇੱਕ ਦਿਨ। ਫਿਰ ਕੀ ਹੋਇਆ ਜੇ ਅੱਜ ਚਲਾ ਗਿਆ, ਅਖੀਰ ਇੱਕ ਦਿਨ ਤੇ ਜ਼ਰੂਰ ਮੋੜਾ ਪਾਊ। ਫਿਰ ਗੁਆਂਢ ਵਾਲੇ ਰੰਧਾਵਾ ਸਾਹਿਬ ਯਾਦ ਆ ਗਏ। ਸਾਰੀ ਦਿਹਾੜੀ ਲੰਮੇ ਪਏ ਬਸ ਇੱਕ ਟੱਕ ਗੇਟ ਵੱਲ ਤੱਕਦੇ ਹੋਏ ਪਤਾ ਨਹੀਂ ਕਿਹਨੂੰ ਹਾਕਾ ਮਾਰਦੇ ਰਹਿੰਦੇ। ਉਹਨਾਂ ਵਾਲਾ ਵੀ ਤਾਂ ਇੱਕ ਦਿਨ ਇਹੀ ਕੁਝ ਹੀ ਆਖ ਕੇ ਗਿਆ ਸੀ, ਮੁੜ ਆਵਾਂਗਾ, ਫਿਕਰ ਨਾ ਕਰਿਓ। ਪਰ ਨਾ ਅੱਜ ਤੱਕ ਆਪ ਮੁੜਿਆ ਤੇ ਨਾ ਉਹਨਾਂ ਨੂੰ ਹੀ ਆਪਣੇ ਕੋਲ ਬੁਲਾਇਆ। ਕਈ ਵਾਰ ਅੱਧੀ ਰਾਤ ਨੌਕਰ ਨੂੰ ਜਗਾ ਕੇ ਗੇਟ ਖੋਲਣ ਘੱਲਦੇ ਹੋਏ ਮੈਂ ਖੁਦ ਆਪ ਦੇਖੇ ਸ਼ਾਇਦ ਕੋਈ ਝੋਲਾ ਪੈਂਦਾ ਹੋਣਾ। ਮੈਂ ਫਿਰ ਉਦਾਸੀਆਂ ਦੇ ਡੂੰਘੇ ਸਮੁੰਦਰ 'ਚ ਜਾ ਡੁੱਬਦੀ ਹਾਂ। ਪਤਾ ਨਹੀਂ ਕਿਹੋ ਜਿਹਾ ਰਿਸ਼ਤਾ ਬਣਾਇਆ ਇਹ ਬਣਾਉਣ ਵਾਲੇ ਨੇ, ਸਿੱਧਾ ਅੰਦਰਾਂ ਨੂੰ ਹੀ ਖੋਰੀ ਜਾਂਦਾ ਹੈ। ਦੁਨੀਆ ਸਾਹਵੇਂ ਹੱਸਦਾ ਹੋਇਆ ਅੰਦਰੋਂ ਅੰਦਰੀ ਚੱਤੇ ਪੈਰ ਹੰਝੂਆਂ ਦੀ ਝੜੀ ਲਾਈ ਰੱਖਦਾ। ਅੱਧੀ ਰਾਤ ਦੇ ਤੌਖਲੇ, ਫਿਕਰਾਂ ਦੇ ਪੰਧ, ਮਾਈ ਨਹੀਂ ਮੈਂ ਕਿਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨਹੀਂ। ਫਿਰ ਵੋਟਾਂ ਮੰਗਦੀ ਗੰਦੀ ਸਿਆਸਤ ਦੇ ਬਦਸੂਰਤ ਮੋਹਰੇ ਤੇ ਨਪੁੰਸਕ ਸਰਕਾਰਾਂ ਦੇ ਖੋਖਲੇ ਵਾਅਦੇ ਚੇਤੇ ਆ ਜਾਂਦੇ। ਨਾ ਇਹੋ ਜਿਹੇ ਹਾਲਾਤ ਪੈਦਾ ਕਰਦੀਆਂ ਤੇ ਨਾ ਹੀ ਅਣਗਿਣਤ ਜਿਗਰ ਦੇ ਟੋਟੇ ਅੱਖੋਂ ਓਲੇ ਕਰਨੇ ਪੈਂਦੇ। ਕੰਧਾਂ ਕੋਠੇ ਟੱਪਦਾ ਗਿਆ ਸਮੁੰਦਰ ਟੱਪ, ਜਿੰਨੀ ਵੱਡੀ ਛਾਲ ਸੀ ਓਨੀ ਵੱਡੀ ਸੱਟ। ਅਗਲੀ ਕਹਾਣੀ। 10ਵੀਂ 'ਚੋਂ ਫੇਲ ਹੋ ਗਿਆ ਤਾਂ ਖੁਦ ਦਾ ਵਜੂਦ ਪੱਥਰ ਹੋ ਗਿਆ ਜਾਪਿਆ। ਸਾਰੀ ਦੁਨੀਆ ਮਜ਼ਾਕ ਉਡਾਉਂਦੀ ਜਾਪੀ। ਇੱਕ ਵਾਰ ਜੀ ਕੀਤਾ ਦੌੜ ਕੇ ਮਾਂ ਦੀ ਬੁੱਕਲ 'ਚ ਵੜ ਜਾਵਾਂ। ਉਹੀ ਮਾਂ ਜਿਹਨੇ ਮੇਰੀ ਖਾਤਰ ਸਾਰੇ ਜਹਾਨ ਦੀਆਂ ਝਿੜਕਾਂ ਮਿਹਣੇ ਸਹੀ ਤਾਂ ਵੀ ਮੇਰਾ ਪੱਖ ਹੀ ਪੂਰਿਆ। ਅੰਮ੍ਰਿਤਧਾਰੀ ਸੀ ਤਾਂ ਵੀ ਮੇਰੀ ਖਾਤਰ ਕਿੰਨਾ ਝੂਠ ਬੋਲ ਜਾਂਦੀ। ਸ਼ਹੀਦਾਂ ਸਾਹਿਬ ਜਾ ਕੇ ਹਮੇਸ਼ਾ ਇਹੋ ਅਰਦਾਸ ਕਰਦੀ ਵੇਖੀ ਕਿ ਬਾਬਾ ਜੀ ਮੇਰੇ ਪੁੱਤ ਦੀ ਰਾਖੀ ਕਰਨੀ। ਸੋਚਾਂ ਦੇ ਘੁੰਮਣ ਘੇਰੀ 'ਚ ਪਿਆ ਮੈਂ ਅੰਮ੍ਰਿਤਸਰ ਸਟੇਸ਼ਨ ਭੰਡਾਰੀ ਪੁਲ ਹੇਠ ਲਾਈਨ ਦੇ ਨਾਲ ਪਈ ਪੱਥਰ ਦੀ ਨਿੱਕੀ ਜਿਹੀ ਸਿਲ ਤੇ ਆ ਬੈਠਾ। ਮੈਂ ਆਪਣਾ ਮਨ ਲਗਭਗ ਬਣਾ ਹੀ ਚੁੱਕਿਆ ਸਾਂ। 5 ਵਜੇ ਸ਼ਤਾਬਦੀ ਵੇਲੇ ਇੰਜਣ ਤੋਂ ਪਹਿਲਾ ਡੱਬਾ, ਬਸ ਟੀਕੇ ਦੀ ਸੂਈ ਜਿੰਨੀ ਪੀੜ ਹੋਏਗੀ ਤੇ ਜ਼ਮਾਨੇ ਭਰ ਦੀਆਂ ਮੁਸ਼ਕਲਾਂ ਤੋਂ ਸਦਾ ਲਈ ਨਿਜਾਤ, ਸਭ ਖਤਮ। ਇੰਨੇ ਨੂੰ ਸੀਟੀ ਮਾਰ ਗੱਡੀ ਪਲੇਟਫਾਰਮ ਤੋਂ ਚੱਲ ਪਈ। ਮੈਂ ਵੀ ਹੌਲੇ ਕਦਮੀ ਪਟੜੀ ਵੱਲ ਵਧਿਆ। ਡਰਾਈਵਰ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਕਿ ਮੁੰਡਾ ਥੱਲੇ ਸਿਰ ਦੇਣ ਤੁਰਿਆ ਹੁੰਦਾ ਹੈ। ਬਥੇਰੀਆਂ ਸੀਟੀਆਂ ਮਾਰੀਆਂ, ਬ੍ਰੇਕ ਵੀ ਲਾਈ, ਪਰ ਏਡਾ ਵੱਡਾ ਲੋਹੇ ਦਾ ਪਹਾੜ ਛੇਤੀ ਕਿਤਿਆਂ ਕਿਤੇ ਰੁਕਦਾ ਹੈ।
ਬਸ ਕੁਝ ਕੁ ਸਕਿੰਟਾਂ ਦੀ ਖੇਡ ਬਾਕੀ ਰਹਿ ਗਈ ਕਿ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਹਲੂਣਾ ਜਿਹਾ ਦਿੱਤਾ। ਮੁੜ ਕੇ ਦੇਖਿਆ ਤਾਂ ਇੱਕ ਲੰਮੇ ਦਾੜੇ ਵਾਲੇ ਬਾਬਾ ਜੀ ਸਨ। ਗਾਤਰਾ ਪਾਈ ਨਿੰਮਾ ਹੱਸਦੇ ਹੋਏ ਆਖਣ ਲੱਗੇ, ਨਾ ਪੁੱਤ, ਇੰਜ ਥੋੜੀ ਕਰੀਦਾ ਹੁੰਦਾ, ਹਮੇਸ਼ਾ ਚੜ੍ਹਦੀ ਕਲਾ 'ਚ ਰਹੀਦਾ। ਮੈਂ ਉਹਨਾਂ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਤੇ ਪਤਾ ਹੀ ਨਾ ਲੱਗਾ ਕਦੋਂ ਕੋਲੋਂ ਗੱਡੀ ਲੰਘ ਗਈ। ਨਿਰਾਪੁਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ। ਗੱਲਾਂ ਕਰਦਿਆਂ ਮੈਨੂੰ ਮੋਢਿਆਂ ਤੋਂ ਫੜ ਰੇਲ ਲਾਈਨਾਂ ਪਾਰ ਕਰਵਾ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ। ਇੱਕ ਆਟੋ ਨੂੰ ਹੱਥ ਦਿੱਤਾ ਤੇ ਵਿੱਚ ਬਿਠਾਉਂਦਿਆਂ ਆਖਣ ਲੱਗੇ, ਜਾ ਪੁੱਤ, ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ, ਤੈਨੂੰ ਉੱਥੇ ਬੈਠਾ ਤੇਰਾ ਕੋਈ ਆਪਣਾ ਉਡੀਕੀ ਜਾਂਦਾ ਹੈ। ਮੈਨੂੰ ਨਹੀਂ ਪਤਾ ਕਿ ਉਹ ਬਾਬਾ ਜੀ ਕੌਣ ਸਨ, ਕਿੱਥੋਂ ਆਏ ਸਨ, ਮੁੜ ਕਿੱਧਰ ਨੂੰ ਚਲੇ ਗਏ। ਉੱਥੇ ਅੱਪੜ ਮੈਂ ਕਿੰਨੀ ਦੇਰ ਪਰਕਰਮਾਂ 'ਚ ਘੁੰਮਦਾ ਰਿਹਾ। ਫਿਰ ਭੁੱਖ ਲੱਗੀ, ਪ੍ਰਸ਼ਾਦਾ ਛਕਣ ਪੰਗਤ 'ਚ ਆ ਬੈਠਾ। ਅਚਾਨਕ ਕੀ ਵੇਖਿਆ, ਸਾਹਮਣੇ ਮਾਂ ਬੈਠੀ ਹੋਈ ਸੀ। ਮੇਰੇ ਅੰਦਰ ਦਾ ਬੰਨ ਟੁੱਟ ਗਿਆ। ਧੂ ਕੇ ਜਾ ਉਹਨੂੰ ਜੱਫੀ ਪਾਈ। ਕਿੰਨੀ ਦੇਰ ਦੋਵੇਂ ਮਾਂ ਪੁੱਤ ਇੱਕ ਦੂਜੇ ਦੇ ਗਲ ਲੱਗ ਰੋਂਦੇ ਰਹੇ। ਫਿਰ ਇਕੱਠਿਆਂ ਬੈਠ ਲੰਗਰ ਛਕਿਆ। ਇੰਜ ਲੱਗਾ ਜਿੱਦਾਂ ਸਦੀਆਂ ਤੋਂ ਲੱਗੀ ਹੋਈ ਕਿਸੇ ਨਾ ਮਿਟਣ ਵਾਲੀ ਭੁੱਖ ਦਾ ਸਦਾ ਲਈ ਅੰਤ ਹੋ ਗਿਆ ਹੋਵੇ। ਉਸ ਦਿਨ ਮਗਰੋਂ ਫਿਰ ਕਦੀ ਵੀ ਢਹਿੰਦੀ ਕਲਾਂ 'ਚ ਨਹੀਂ ਗਿਆ। ਅੱਜ ਅਮਰੀਕਾ ਦੀ ਧਰਤੀ ਤੇ ਵਿਚਰਦਿਆਂ ਪੂਰੇ 20 ਸਾਲ ਹੋ ਗਏ। ਜਦੋਂ ਵੀ ਦਿੱਲੀ ਜਹਾਜ਼ੋਂ ਉਤਰਦਾ ਤਾਂ ਰੇਲ ਹੀ ਫੜਦਾ ਤਾਂ ਕਿ ਅੰਮ੍ਰਿਤਸਰ ਪਹੁੰਚ ਭੰਡਾਰੀ ਪੁਲ ਹੇਠ ਪਈ ਉਸੇ ਪੱਥਰ ਦੀ ਸਿੱਲ ਖੁਦ ਤੇ ਬਾਕੀਆਂ ਨੂੰ ਵੀ ਵਿਖਾ ਸਕਾਂ ਤੇ ਆਖ ਸਕਾਂ ਕਿ ਇਹ ਉਹ ਥਾਂ ਜਿੱਥੇ ਕਿਸੇ ਵੇਲੇ ਤੁਹਾਡੇ ਬਾਪ ਦਾ ਦੂਜਾ ਜਨਮ ਹੋਇਆ ਸੀ। ਗੁਰੂ ਰਾਮਦਾਸ ਦੀ ਵਰੋਸਾਈ ਨਗਰੀ ਵਿੱਚ ਵਿਚਰਦਾ ਲੰਮੇ ਦਾੜੇ ਵਾਲਾ ਹਰ ਵਜੂਦ ਮੈਨੂੰ ਮੇਰੇ ਮੋਢਿਆਂ ਤੇ ਹੱਥ ਰੱਖਣ ਵਾਲੇ ਬਾਬਾ ਜੀ ਹੀ ਲੱਗਦੇ। ਫਿਰ ਦਰਬਾਰ ਸਾਹਿਬ ਲੰਗਰ ਪਾਣੀ ਛਕ ਗੁਰਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਦੇ ਉਸ ਥੜੇ ਲਾਗੇ 2 ਘੜੀਆਂ ਬੈਠਣ ਜ਼ਰੂਰ ਜਾਣਾ, ਜਿੱਥੇ ਸਾਰੀ ਉਮਰ ਮੇਰਾ ਪੱਖ ਪੂਰਨ ਵਾਲੀ ਦਾ ਅੰਤਿਮ ਸੰਸਕਾਰ ਹੋਇਆ ਸੀ। ਦੋਸਤੋ, ਸ਼ਰਧਾ ਤੇ ਆਸਥਾ ਨੂੰ ਸਾਇੰਸ ਦੀ ਕਸਵੱਟੀ ਤੇ ਤੋਲਣ ਵਾਲੇ ਅਕਸਰ ਆਖਦੇ ਨੇ ਕਿ ਗੁਰੂ ਦੀ ਨਗਰੀ 'ਚ ਕਰਾਮਾਤ ਨਹੀਂ ਹੁੰਦੀ, ਪਰ ਮੈਥੋਂ ਪੁੱਛੋ, ਜ਼ਰੂਰ ਹੁੰਦੀ ਹੈ। ਤੇ ਇਹਦਾ ਜਿਉਂਦਾ ਜਾਗਦਾ ਸਬੂਤ ਮੈਂ ਖੁਦ ਆਪ ਹਾਂ। ਜੇ ਨਾ ਹੁੰਦੀ ਤਾਂ ਮਾਨਾਂ ਵਾਲਾ ਲੰਘਦਿਆਂ ਹੀ ਮੇਰੇ ਲੂੰ ਕੰਡੇ ਕਿਉਂ ਖੜੇ ਹੋ ਜਾਂਦੇ ਐ। ਅਮਰੀਕਾ ਵਾਸਤੇ ਇੱਕ ਵੀਰ ਦੀ ਹੱਡ ਬੀਤੀ। ਅਗਲੀ ਕਹਾਣੀ। ਪਾਰਕ ਵਿੱਚ ਰੋਜ਼ ਸ਼ਾਮ ਬਾਬਿਆਂ ਦੀ ਢਾਣੀ 'ਚ ਬੈਠਾ ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਇੰਨੀ ਗੱਲ ਆਖ ਉੱਠਦਾ ਕਿ ਹੇ ਸੱਚੇ ਪਾਤਸ਼ਾਹ, ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆ ਨਾ ਕਰੀ, ਤਾਂ ਚਾਰੇ ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ। ਕੋਈ ਪੁੱਛਦਾ, ਕੀ ਗੱਲ ਗੁਰਮੁਖ ਸਿਆਂ, ਘਰੋਂ ਸਿਰਫ 2 ਹੀ ਮਿਲਦੀਆਂ ਨੇ? ਕੋਈ ਆਖਦਾ, ਤੀਜੀ ਖਾਣ ਸਾਡੇ ਵੱਲ ਆ ਜਾਇਆ ਕਰ। ਕੋਈ ਸਵਾਲ ਕਰਦਾ, ਇਹ ਤੀਜੀ ਰੋਟੀ ਦਾ ਚੱਕਰ ਆਖਰ ਹੈ ਕੀ? ਉਹ ਅੱਗੋਂ ਹੱਸ ਛੱਡਿਆ ਕਰਦਾ। ਉਸ ਦਿਨ ਵੀ ਅਜੇ ਮਹਿਫਿਲ ਜੰਮਣੀ ਸ਼ੁਰੂ ਹੀ ਹੋਈ ਸੀ ਕਿ ਹਰ ਪਾਸੇ ਸੰਨਾਟਾ ਜਿਹਾ ਛਾ ਗਿਆ। ਮਹਿਫਿਲ ਦੀ ਸ਼ਾਨ ਨੁੱਕਰ ਵਾਲੀ ਕੋਠੀ ਵਾਲੇ ਖੰਨਾ ਸਾਹਿਬ ਓਲਡ ਏਜ ਹੋਮ ਵਿੱਚ ਭਰਤੀ ਹੋਣ ਜਾ ਰਹੇ ਸਨ। ਕੈਨੇਡੀਅਨ ਮੁੰਡੇ ਦਾ ਆਖਣਾ ਸੀ ਕਿ ਪਾਪਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ। ਫਿਰ ਕੁਝ ਘੜੀਆਂ ਦੀ ਸੁੰਨਸਾਨ ਮਗਰੋਂ ਉਦਾਸ ਬੈਠੇ ਖੰਨਾ ਸਾਹਿਬ ਨੂੰ ਕਲਾਵੇ 'ਚ ਲੈਂਦੇ ਅੱਜ ਗੁਰਮੁਖ ਸਿੰਘ ਨੇ ਆਖਣਾ ਸ਼ੁਰੂ ਕੀਤਾ, ਆਜੋ ਦੋਸਤੋ, ਅੱਜ ਤੁਹਾਨੂੰ ਆਪਣੀ ਤੀਜੀ ਰੋਟੀ ਦਾ ਰਾਜ ਦੱਸਦਾ ਹਾਂ। ਪਹਿਲੀ ਰੋਟੀ ਉਹ ਜਿਹੜੀ ਜੰਮਣ ਵਾਲੀ ਜਵਾਕ ਨੂੰ ਆਪਣੀ ਬੁੱਕਲ 'ਚ ਬਿਠਾ ਕੇ ਖਵਾਇਆ ਕਰਦੀ ਏ। ਉਸ ਨਾਲ ਢਿੱਡ ਤਾਂ ਭਰ ਜਾਂਦਾ ਪਰ ਜੀ ਕਰਦਾ ਜੇ ਹੋਰ ਖਾਈ ਜਾਈਏ। ਦੂਜੀ ਉਹ ਜਿਹੜੀ ਨਾਲ ਦੀ ਵੱਲੋਂ ਵੇਲੇ ਹੋਏ ਪੇੜੇ ਨਾਲ ਬਣਾਈ ਜਾਂਦੀ ਏ, ਜਿਸ 'ਚ ਅੰਤਾਂ ਦਾ ਪਿਆਰ ਤੇ ਆਪਣਾ ਪਨ ਭਰਿਆ ਹੁੰਦਾ ਹੈ, ਜਿਸ 'ਚੋਂ ਨਿਕਲੇ ਮੁਹੱਬਤ ਦੇ ਝਰਨੇ ਨਾਲ ਅਕਸਰ ਹੀ ਅੱਖਾਂ ਬੰਦ ਹੋ ਜਾਇਆ ਕਰਦੀਆਂ। ਤੀਜੀ ਉਹ ਜਿਹੜੀ ਨੂੰਹ ਦੇ ਰੂਪ 'ਚ ਘਰੇ ਲਿਆਂਦੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਏ, ਜਿਸ 'ਚ ਸਵਾਦ ਵੀ ਹੁੰਦਾ ਹੈ, ਤਸੱਲੀ ਤੇ ਸਿਦਕ ਵੀ ਝਲਕਦਾ ਹੈ, ਤੇ ਜਿਹੜੇ ਬੁਢਾਪੇ ਨੂੰ ਠੰਡੀ ਹਵਾ ਦੇ ਬੁੱਲੇ ਨਾਲ ਹਮੇਸ਼ਾ ਹੀ ਸਰਸ਼ਾਰ ਕਰ ਦਿਆ ਕਰਦੀ ਏ। ਤੇ ਚੌਥੀ ਉਹ ਹੁੰਦੀ ਹੈ ਜਿਹੜੀ ਤਨਖਾਹ ਤੇ ਰੱਖੀ ਨੌਕਰਾਣੀ ਵੱਲੋਂ ਕਾਲੀ ਕਾਲੀ ਗੁੰਨੇ ਹੋਏ ਕੱਚੇ ਪੱਕੇ ਆਟੇ ਦੀ ਬਣਾਈ ਹੋਈ ਹੁੰਦੀ ਏ, ਜਿਸ 'ਚ ਨਾ ਤਾਂ ਸਵਾਦ ਹੀ ਹੁੰਦਾ ਨਾ ਹੀ ਸਿਦਕ। ਇਹ ਐਸੀ ਰੋਟੀ ਹੁੰਦੀ ਹੈ ਜਿਹਨੂੰ ਖਾਂਦਿਆਂ ਤੀਜੇ ਥਾਂ ਵਾਲੀ ਬੜੀ ਚੇਤੇ ਆਉਂਦੀ ਏ। ਇੰਨੀ ਗੱਲ ਸੁਣਦਿਆਂ ਹੀ ਸਾਰਿਆਂ ਦੇ ਹੱਥ ਆਪਣੇ ਆਪ ਹੀ ਤੀਜੀ ਰੋਟੀ ਦੀ ਅਰਦਾਸ ਵਿੱਚ ਜੁੜ ਗਏ। ਧੰਨਵਾਦ।